ਗੁੱਡ ਮਾਰਨਿੰਗ ਬੇਟਾ। ਪੰਜਾਬੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੀ ਇਹ ਬੁੱਕ ਹੈ ਕਹਾਣੀਆਂ ਤੇ ਇਕਾਂਗੀ ਵਾਲੀ ਬੁੱਕ ਹੈ। ਇਸ ਬੁੱਕ ਦੀ ਆਪਾਂ ਪਹਿਲੀ ਕਹਾਣੀ ਪੜ੍ਹ ਰਹੇ ਹਾਂ ਜਨਮ ਦਿਨ, ਜੋ ਕਿ ਪ੍ਰੋਫੈਸਰ ਸਵਿੰਦਰ ਉੱਪਲ ਦੁਆਰਾ ਲਿਖੀ ਗਈ ਹੈ। ਇਸ ਕਹਾਣੀ ਵਿੱਚ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਕਿਵੇਂ ਜਿਹੜੇ ਅਮੀਰ ਲੋਕ ਹੈ ਉਹ ਆਪਣੇ ਪੈਸੇ ਅਤੇ ਰੁਤਬੇ ਦੇ ਜ਼ੋਰ ਨਾਲ ਗਰੀਬਾਂ ਦੀਆਂ ਉਮੀਦਾਂ ਦਾ, ਉਮੰਗਾਂ ਦਾ ਖੂਨ ਕਰ ਦਿੰਦੇ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜੁਗਲ ਪ੍ਰਸਾਦ ਹੈ, ਜੋ ਲੋਕਾਂ ਦੇ ਦੇਖਾ ਦੇਖੀ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਲਈ ਪਾਉਂਦਾ ਹੈ। ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਉਹ ਔਖੇ ਸੌਖੇ ਹੋ ਕੇ ਪੁੱਤਰ ਜੋਤੀ ਲਈ ਨਵੇਂ ਕੱਪੜੇ ਬਣਾਉਂਦੇ ਹੈ, ਕਿਉਂਕਿ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਸੀ ਕਿ ਉਹਨਾਂ ਦਾ ਪੁੱਤਰ ਮੰਤਰੀ ਦੇ ਗਲ ਵਿੱਚ ਹਾਰ ਪਾਏਗਾ। ਮੰਤਰੀ ਆਪਣਾ ਜਨਮ ਦਿਨ ਸਕੂਲ ਵਿੱਚ ਬੱਚਿਆਂ ਨਾਲ ਮਨਾਉਣ ਆ ਰਿਹਾ ਹੈ। ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤਰ ਦੀ ਜਗ੍ਹਾ ਕਿਸੇ ਸੇਠ ਦਾ ਪੁੱਤਰ ਮੰਤਰੀ ਦੇ ਗਲ ਵਿੱਚ ਮਾਲਾ ਪਾ ਰਿਹਾ ਹੈ ਤਾਂ ਉਹ ਦੁਖੀ ਜਿਹੇ ਹੁੰਦੇ ਹੈ। ਪਰ ਇਸ ਕਹਾਣੀ ਦਾ ਅੰਤ ਆਸ਼ਾਵਾਦੀ ਹੈ। ਜਿਹੜਾ ਮੁੱਖ ਪਾਤਰ ਹੈ ਜੁਗਲ ਪ੍ਰਸਾਦ, ਉਹ ਕਹਿੰਦਾ ਹੈ ਕਿ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ, ਮੇਰੀ ਸੁੱਤੀ ਦਲੇਰੀ ਦਾ ਜਨਮ ਦਿਨ ਹੈ। ਮੈਂ ਹੁਣ ਵੇਖਾਂਗਾ ਕਿਵੇਂ ਲੋਕ ਗਰੀਬਾਂ ਦੀਆਂ ਉਮੰਗਾਂ ਦਾ ਖੂਨ ਕਰਦੇ ਹਨ। ਬੇਟਾ ਇਹ ਕਹਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਪੜ੍ਹ ਲਈਏ। ਲੇਖਕ ਸਵਿੰਦਰ ਸਿੰਘ ਉੱਪਲ ਦਾ ਜਨਮ 8 ਅਪ੍ਰੈਲ 1924 ਨੂੰ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਫਕੀਰ ਸਿੰਘ ਅਤੇ ਮਾਤਾ ਦਾ ਨਾਂ ਸ਼੍ਰੀਮਤੀ ਜੈਵੰਤੀ ਸੀ। ਉਹਨਾਂ ਨੂੰ 10ਵੀਂ ਤੱਕ ਦੀ ਵਿੱਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਉਹਨਾਂ ਨੇ ਉਚੇਰੀ ਪੜ੍ਹਾਈ ਲਈ, ਉਚੇਰੀ ਮਤਲਬ ਅੱਗੇ ਵੱਡੀਆਂ ਕਲਾਸਾਂ ਦੀ ਪੜ੍ਹਾਈ ਲਈ ਉਹ ਰਾਵਲਪਿੰਡੀ ਦੇ ਗਾਰਡਨ ਕਾਲਜ ਵਿੱਚ ਦਾਖਲ ਹੋ ਗਏ। ਇੱਥੋਂ ਉਹਨਾਂ ਨੇ ਅੰਗਰੇਜ਼ੀ ਦੀ MA ਕੀਤੀ। ਪੰਜਾਬ ਦੀ ਵੰਡ ਪਿੱਛੋਂ ਸ਼ਿਮਲੇ ਆ ਗਏ। ਇੱਥੇ ਆ ਕੇ ਉਹਨਾਂ ਨੇ ਪੰਜਾਬੀ ਦੀ MA ਕੀਤੀ ਅਤੇ ਇੱਥੋਂ ਦੇ ਹੀ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ। ਸੰਨ 1964 ਵਿੱਚ ਉਹਨਾਂ ਨੇ ਪੰਜਾਬੀ ਵਿੱਚ PhD ਕੀਤੀ। ਉਹ ਖਾਲਸਾ ਕਾਲਜ ਦਿੱਲੀ ਵਿਖੇ ਪੰਜਾਬੀ ਦੇ ਪ੍ਰੋਫੈਸਰ ਵੀ ਰਹੇ। ਉਹ ਇੱਕ ਸਫਲ ਕਹਾਣੀਕਾਰ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਦੀਆਂ ਪੁਸਤਕਾਂ ਜਿਵੇਂ ਕਹਾਣੀ ਸੰਗ੍ਰਹਿ, ਨਾਵਲ ਆਦਿ ਲਿਖੀ। ਉਹਨਾਂ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋਂ ਲਛਮਣ ਰੇਖਾ ਪੁਸਤਕ ਲਈ ਪੁਰਸਕ੍ਰਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਅਤੇ ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਬੈਂਕਾਕ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਆਓ ਆਪਾਂ ਇਹ ਕਹਾਣੀ ਪੜ੍ਹਦੇ ਹਾਂ। ਜਿਉਂ ਹੀ ਜੁਗਲ ਪ੍ਰਸਾਦ ਦੀ 5 ਰੁਪਏ ਤਨਖਾਹ ਵਧੀ, ਉਸਨੇ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਏ ਜਾਣ ਵਾਲੇ ਅਤੇ ਨਵੀਆਂ ਵਿੱਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਕਿਸੇ ਸਕੂਲ ਵਿੱਚ ਦਾਖਲ ਕਰਾਉਣ ਦੀ ਚਿਰ ਸੋਚੀ ਸਦਰ ਪੂਰੀ ਕਰਨੀ ਚਾਹੀ। ਜਿਵੇਂ ਹੀ ਕਹਾਣੀ ਦੇ ਮੁੱਖ ਪਾਤਰ ਜੁਗਲ ਪ੍ਰਸਾਦ ਦੀ 5 ਰੁਪਏ ਤਨਖਾਹ ਵੱਧਦੀ ਹੈ, ਉਸ ਸਮੇਂ 5 ਰੁਪਏ ਦੀ ਵੀ ਬਹੁਤ ਵੈਲਿਊ ਹੁੰਦੀ ਸੀ, ਤਾਂ ਉਸਨੇ ਮੁੱਢ ਤੋਂ ਸ਼ੁਰੂ ਤੋਂ ਸੋਚ ਰੱਖਿਆ ਸੀ ਕਿ ਉਹ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਵੇਗਾ ਅਤੇ ਨਵੀਆਂ ਵਿੱਦਿਅਕ ਵਿਉਂਤਾਂ, ਜਿਹੜੀਆਂ ਨਵੀਂ ਸਕੀਮ ਚੱਲੀ ਹੈ ਇੰਗਲਿਸ਼ ਸਕੂਲਾਂ ਦੀ, ਨਵੇਂ ਮਤਲਬ ਵਿੱਦਿਅਕ ਢਾਂਚੇ ਦੇ ਅਨੁਸਾਰ ਜਿਹੜੇ ਇੰਗਲਿਸ਼ ਸਕੂਲ ਬਣੇ ਹਨ, ਉਹਨਾਂ ਵਿੱਚ ਐਡਮਿਸ਼ਨ ਕਰਵਾਏਗਾ। ਚਿਰ ਸੋਚੀ ਸਦਰ, ਬਹੁਤ ਦੇਰ ਤੋਂ ਸੋਚੀ ਹੋਈ ਸਦਰ ਉਮੀਦ ਪੂਰੀ ਕਰਨੀ ਚਾਹੀ। ਪਰ ਉਸਦੀ ਪਤਨੀ ਤਾਂ ਪਤੀ ਦੀ ਤਨਖਾਹ ਵਧਣ ਦੀ ਕਈ ਦਿਨਾਂ ਤੋਂ ਆਸ ਰਾਹੀਂ ਘਰ ਦੀਆਂ ਕਈ ਥੁੜਾਂ ਪੂਰੀਆਂ ਕਰਨ ਦੀ ਸੋਚੀ ਬੈਠੀ ਸੀ। ਆਸ, ਉਮੀਦ, ਥੁੜਾਂ ਜਿਹੜੀਆਂ ਕਮੀਆਂ ਘਾਟਾਂ। ਪਰ ਉਸਦੀ ਪਤਨੀ ਨੇ ਕੀ ਸੋਚ ਰੱਖਿਆ ਸੀ ਕਿ ਜੇ ਤਨਖਾਹ ਵਧੇਗੀ ਤਾਂ ਘਰ 'ਚ ਜਿਹੜੀਆਂ ਚੀਜ਼ਾਂ ਦੀ ਘਾਟ ਹੈ ਆਪਾਂ ਪਹਿਲਾਂ ਉਹ ਪੂਰੀ ਕਰਾਂਗੇ।
ਜੋਤੀ ਨੂੰ ਅਜਿਹੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਚਿਰ ਸੋਚੀ ਪੈ ਗਈ ਮਤਲਬ ਸੋਚਣ ਲੱਗ ਪਈ। ਮੈਂ ਕਹਿੰਦੀ ਹਾਂ ਜੋਤੀ ਨੂੰ ਕਿਸੇ ਛੋਟੇ-ਮੋਟੇ ਸਕੂਲ ਵਿੱਚ ਦਾਖਲ ਕਰਾ ਦਿਓ। ਅਸੀਂ ਕਿੱਥੋਂ ਭਰ ਸਕਦੇ ਹਾਂ 5 ਰੁਪਏ ਮਹੀਨਾ ਫੀਸ। ਤਾਂ ਜੁਗਲ ਪ੍ਰਸਾਦ ਦੀ ਘਰ ਵਾਲੀ ਕਹਿੰਦੀ ਹੈ ਕਿ ਆਪਾਂ ਜੋਤੀ ਨੂੰ ਛੋਟੇ-ਮੋਟੇ ਸਕੂਲ ਵਿੱਚ ਦਾਖਲ ਕਰਾ ਦਿੰਦੇ ਹਾਂ, ਆਪਣੇ ਕੋਲੋਂ 5 ਰੁਪਏ ਮਹੀਨਾ ਫੀਸ ਨਹੀਂ ਭਰੀ ਜਾਣੀ। ਓਏ ਭਲੀਏ ਲੋਕੇ, ਇਹ ਜਿਹੜੀ 5 ਰੁਪਏ ਤਨਖਾਹ ਵਧੀ ਹੈ ਇਹ ਸਮਝੀ ਨਹੀਂ ਵਧੀ। ਤੂੰ ਐਂ ਸੋਚ ਲਈ ਜਿਹੜੀ ਤਨਖਾਹ ਵਧੀ ਹੈ 5 ਰੁਪਏ ਵਧੀ ਨਹੀਂ। ਹਾਏ ਹਾਏ ਇੰਝ ਨਾ ਆਖੋ। ਤਾਂ ਪਤਨੀ ਕਹਿਣ ਲੱਗਦੀ ਹੈ ਨਹੀਂ ਨਹੀਂ ਇਸ ਤਰ੍ਹਾਂ ਨਾ ਕਹੋ। ਜੋਤੀ ਨੂੰ ਚਾਵਾਂ ਮਲ੍ਹਾਰਾਂ ਨਾਲ ਨਵੀਨ ਵਿਉਂਤਾਂ ਅਨੁਸਾਰ ਚੱਲ ਰਹੇ ਲਾਗਲੇ ਸਕੂਲ ਵਿੱਚ ਦਾਖਲ ਕਰਾ ਦਿੱਤਾ। ਕੀ ਹੋਇਆ ਕਿ ਜੋਤੀ ਨੂੰ ਚਾਵਾਂ ਮਲ੍ਹਾਰਾਂ ਨਾਲ ਬੜੀ ਖੁਸ਼ੀ ਨਾਲ ਨਵੀਨ ਵਿਉਂਤਾਂ ਅਨੁਸਾਰ, ਨਵੀਆਂ ਜਿਹੜੀਆਂ ਸਕੀਮਾਂ ਹਨ ਵਿਉਂਤ ਸਕੀਮਾਂ ਅਨੁਸਾਰ ਚੱਲ ਰਹੇ ਲਾਗਲੇ ਨੇੜੇ ਦੇ ਸਕੂਲ ਵਿੱਚ ਦਾਖਲ ਕਰਾ ਦਿੱਤਾ। ਜੁਗਲ ਪ੍ਰਸਾਦ ਜਿੱਥੇ ਇਹ ਚਾਹੁੰਦਾ ਸੀ ਕਿ ਉਸਦਾ ਲੜਕਾ ਅੰਗਰੇਜ਼ੀ ਵਿੱਚ ਪ੍ਰਵੀਨ ਪਰਫੈਕਟ ਹੋਵੇ, ਉੱਥੇ ਉਹ ਜ਼ਿਆਦਾ ਇਸ ਕਰਕੇ ਅਜਿਹੇ ਸਕੂਲ ਵਿੱਚ ਮੁੰਡੇ ਨੂੰ ਦਾਖਲ ਕਰਾਉਣਾ ਜ਼ਰੂਰੀ ਸਮਝਦਾ ਸੀ ਕਿ ਉੱਥੇ ਹਰ ਸ਼ਖਸੀਅਤ ਨੂੰ ਪੁੰਗਰਨ ਲਈ ਲੋੜੀਂਦੀ ਹਰ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਜਿੱਥੇ ਉਹ ਇਹ ਗੱਲ ਚਾਹੁੰਦਾ ਸੀ ਕਿ ਉਹਦਾ ਮੁੰਡਾ ਇੰਗਲਿਸ਼ ਵਿੱਚ ਪਰਫੈਕਟ ਹੋ ਜਾਏ, ਇੰਗਲਿਸ਼ ਬੋਲਣ ਵਿੱਚ, ਅਤੇ ਉੱਥੇ ਉਹਨੇ ਇਸ ਸਕੂਲ ਵਿੱਚ ਦਾਖਲ ਕਰਾਉਣਾ ਇਸ ਲਈ ਵੀ ਜ਼ਰੂਰੀ ਸਮਝਿਆ ਕਿ ਅਜਿਹੇ ਸਕੂਲਾਂ ਵਿੱਚ ਨਾ ਹਰ ਸ਼ਖਸੀਅਤ, ਹਰ ਤਰ੍ਹਾਂ ਦੇ ਬੰਦੇ ਨੂੰ ਪੁੰਗਰਨ ਲਈ ਵਧਣ ਫੁੱਲਣ ਦਾ ਮੌਕਾ ਮਿਲਦਾ ਹੈ। ਅਤੇ ਐਜ ਐਟਮੋਸਫੇਅਰ ਦਿੱਤਾ ਜਾਂਦਾ ਹੈ ਕਿ ਹਰ ਬੱਚਾ ਜਿਹੜਾ ਹੈ ਹਰ ਤਰ੍ਹਾਂ ਦੀ ਐਕਟੀਵਿਟੀ 'ਚ ਪਰਫੈਕਟ ਹੋ ਜਾਂਦਾ ਹੈ। ਕਦੀ ਕਦੀ ਉਹ ਦਫ਼ਤਰ ਜਾਣ ਸਮੇਂ ਘਰੋਂ ਕੁਝ ਸਵੇਰੇ ਟੁਰ ਜਾਂਦਾ ਸੀ ਤਾਂ ਅਜਿਹੇ ਸਕੂਲਾਂ ਦੇ ਬਾਹਰ ਖਲੋ ਕੇ ਵੇਖਦਾ ਬੱਚੇ ਚੰਗੇ ਕੱਪੜੇ ਪਾਈ, ਊਚ ਨੀਚ ਤੋਂ ਬੇਲਾਗ, ਨਿਖਰੇ ਪੁਖਰੇ, ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ। ਜਦੋਂ ਉਹਨੂੰ ਕਦੇ ਸਵੇਰੇ ਟਾਈਮ ਲੱਗਦਾ ਨਾ ਦਫ਼ਤਰ ਜਾਣ ਸਮੇਂ, ਤਾਂ ਉਹ ਅਜਿਹੇ ਸਕੂਲਾਂ ਦੇ ਬਾਹਰ ਖੜ੍ਹੇ ਹੋ ਕੇ ਦੇਖਦਾ ਸੀ ਕਿ ਬੱਚਿਆਂ ਦੇ ਵਧੀਆ ਵਧੀਆ ਕੱਪੜੇ ਪਾਏ ਹੋਏ ਹੈ, ਊਚ ਨੀਚ ਤੋਂ ਬੇਲਾਗ ਮਤਲਬ ਊਚ ਨੀਚ ਦੀ, ਉਸ ਸਮੇਂ ਜਾਤ ਪਾਤ ਦਾ ਬਹੁਤ ਪ੍ਰਭਾਵ ਸੀ। ਤਾਂ ਬੱਚੇ ਜਿਹੜੇ ਹੈ ਕੋਈ ਨੀਵੀਂ ਜਾਤ ਦਾ, ਕੋਈ ਉੱਚਾ ਹੈ, ਅਮੀਰ ਹੈ, ਗਰੀਬ ਹੈ, ਇਸ ਦੀ ਬਿਨਾਂ ਪ੍ਰਵਾਹ ਕੀਤੇ ਨਿਖਰੇ ਪੁਖਰੇ ਸਾਫ ਸੁਥਰੇ ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ, ਆਪਸ ਵਿੱਚ ਪਿਆਰ ਨਾਲ ਖੇਡਦੇ ਸਨ। ਗਾਲ ਕੱਢਣੀ ਤਾਂ ਉਹਨਾਂ ਦੀਆਂ ਉਸਤਾਨੀਆਂ ਅਨੁਸਾਰ ਪਾਪ ਸੀ, ਅਤੇ ਗਾਲ ਕੱਢਣੀ ਤਾਂ ਉਸਤਾਨੀਆਂ ਅਧਿਆਪਕਾਵਾਂ ਅਨੁਸਾਰ ਪਾਪ ਸੀ। ਉਹਨਾਂ ਦੀਆਂ ਟੀਚਰਸ ਦੁਆਰਾ ਕੀ ਸਿਖਾਇਆ ਜਾਂਦਾ ਸੀ, ਕਿਸੇ ਨੂੰ ਗਾਲ ਨਹੀਂ ਕੱਢਣੀ, ਗਾਲ ਪਾਪ ਦੇ ਸਮਾਨ ਹੈ। ਝਿਜਕ ਉਹ ਹਰ ਕਿਸੇ ਨਾਲ ਬਿਨਾਂ ਹਿਚਕਿਚਾਹਟ ਉਹ ਬਿਨਾਂ ਹਿਚਕਿਚਾਹਟ ਦੇ ਹਰ ਕਿਸੇ ਨਾਲ ਗੱਲਾਂ ਕਰ ਲੈਂਦੇ, ਅਤੇ ਉਤਸ਼ਾਹ ਭਰਪੂਰ ਅਤੇ ਖੁਸ਼ੀ ਨਾਲ ਭਰਪੂਰ ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਰਕੇ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ ਸਨ। ਭਾਵ ਕਿ ਉਹਨਾਂ 'ਚ ਕੋਈ ਝਿਜਕ ਨਹੀਂ ਸੀ। ਉਹ ਜਿਹੋ ਜਿਹਾ ਮੌਕਾ ਹੁੰਦਾ ਸੀ ਉਹਦੇ ਅਨੁਸਾਰ ਸੋਚ ਕੇ ਗੱਲ ਕਰ ਸਕਦੇ ਸਨ। ਉਹਨਾਂ ਨੂੰ ਸੈਲਫ ਕੌਨਫੀਡੈਂਸ ਹੁੰਦਾ ਸੀ, ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਰਕੇ, ਸੈਲਫ ਕੌਨਫੀਡੈਂਸ ਹੋਣ ਕਰਕੇ ਉਹ ਜਿਵੇਂ ਦਾ ਮਾਹੌਲ ਹੁੰਦਾ ਸੀ ਉਸ ਤਰ੍ਹਾਂ ਦੀ ਗੱਲ ਸੋਚ ਸਕਦੇ ਸਨ। ਇਹੋ ਜਿਹੀਆਂ ਹੀ ਕੁਝ ਗੱਲਾਂ ਸਨ ਜਿਨ੍ਹਾਂ ਕਰਕੇ ਜੁਗਲ ਪ੍ਰਸਾਦ ਦੀ ਚਿਰਾਂ ਦੀ ਬਹੁਤ ਦੇਰ ਦੀ ਸੋਚੀ ਹੋਈ ਸਦਰ ਇੱਛਾ ਸੀ ਕਿ ਉਹ ਆਪਣੇ ਨਿੱਕੇ ਲੜਕੇ ਨੂੰ ਅਜਿਹੇ ਸਕੂਲ ਵਿੱਚ ਦਾਖਲ ਕਰਾਏ। ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ, ਪਰ ਪੜ੍ਹਾ ਕੋਈ ਹੀ ਸਕਦਾ ਹੈ। ਅਜਿਹੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਾਂ ਸਭ ਦਾ ਦਿਲ ਕਰਦਾ ਹੈ, ਪਰ ਹਰ ਕੋਈ ਨਹੀਂ ਪੜ੍ਹਾ ਸਕਦਾ। ਕਿਉਂ ਜੋ ਇਹਨਾਂ ਸਕੂਲਾਂ ਦੀਆਂ ਮੁੱਛਾਂ ਦਾੜ੍ਹੀਆਂ ਤੋਂ ਵੀ ਵੱਡੀਆਂ ਹੁੰਦੀਆਂ ਹਨ, ਕਿਉਂਕਿ ਜਿਹੜਾ ਇਹਨਾਂ ਸਕੂਲਾਂ ਦਾ ਖਰਚਾ ਹੁੰਦਾ ਨਾ ਉਹ ਆਮਦਨ ਨਾਲੋਂ ਜ਼ਿਆਦਾ ਹੁੰਦਾ, ਭਾਵ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਮੁੱਛਾਂ ਦਾੜ੍ਹੀਆਂ ਤੋਂ ਵੱਡੀ ਹੋਣੀ ਮਤਲਬ ਆਮਦਨ ਤੋਂ ਖਰਚ ਵੱਧ ਹੋਣਾ।
ਭਾਵ ਦਾਖਲਾ, ਵਰਦੀ, ਖੇਡਾਂ ਦੀ ਫੀਸ, ਖਾਣ ਪੀਣ ਦੇ ਪੈਸੇ ਆਦਿ ਕੁਛ ਅਜਿਹੀਆਂ ਰਕਮਾਂ ਸਨ ਜਿਨ੍ਹਾਂ ਨੂੰ ਦੇਣ ਨਾਲ ਆਮ ਆਦਮੀ ਦਾ ਤਾਂ ਕਚੂਮਰ ਹੀ ਨਿਕਲ ਜਾਂਦਾ ਹੈ। ਕਚੂਮਰ ਨਿਕਲਣਾ, ਪੈਸੇ ਦੀ ਕਮੀ ਹੋ ਜਾਣੀ, ਮਤਲਬ ਸਾਰਾ ਪੈਸਾ ਖਰਚ ਹੋ ਜਾਣਾ। ਪਰ ਜੁਗਲ ਪ੍ਰਸਾਦ ਇਰਾਦੇ ਦਾ ਬੜਾ ਪੱਕਾ ਸੀ। ਇਸ ਕਰਕੇ ਉਸਨੇ ਇੱਧਰੋਂ ਉੱਧਰੋਂ ਮੰਗ ਤੰਗ ਕੇ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕੀਤੇ। 40 ਰੁਪਏ ਦੇਣ ਵੇਲੇ ਜ਼ਰਾ ਚੂੰ ਚਾਂ ਨਾ ਕੀਤੀ, ਮਤਲਬ ਬਿਲਕੁਲ ਝਿਜਕ ਨਾ ਕੀਤੀ, ਚੂੰ ਚਾਂ ਨਾ ਕਰਨਾ, ਕੋਈ ਝਿਜਕ ਨਾ ਕਰਨਾ। ਮੁੰਡੇ ਨੂੰ ਸਕੂਲ ਵਿੱਚ ਦਾਖਲ ਕਰਾ ਕੇ ਉਹ ਬਹੁਤ ਖੁਸ਼ ਹੋਇਆ। ਅੱਜ ਉਹ ਮਾਣ ਨਾਲ ਟੁਰ ਰਿਹਾ ਸੀ, ਇੱਜ਼ਤ ਨਾਲ ਚੱਲ ਰਿਹਾ ਸੀ। ਉਹ ਸੋਚਦਾ ਜੋਤੀ ਇਹੋ ਜਿਹੇ ਨਿੱਖਰੇ ਤੇ ਸਾਫ਼ ਵਾਤਾਵਰਨ ਵਿੱਚ ਪੜ੍ਹ ਕੇ ਬਹੁਤ ਲਾਇਕ ਬਣੇਗਾ, ਹੁਸ਼ਿਆਰ ਬਣੇਗਾ। ਆਜ਼ਾਦ ਭਾਰਤ ਦਾ ਉਹ ਇੱਕ ਬਹੁਤ ਵੱਡਾ ਤੇ ਚੰਗਾ ਅਫਸਰ ਬਣ ਜਾਵੇਗਾ। ਉਹ ਉੱਠ ਰਹੇ ਭਾਰਤ ਨੂੰ ਅਜਿਹੇ ਅਫਸਰਾਂ ਦੀ ਸਖਤ ਲੋੜ ਹੈ। ਸਾਡੇ ਜਿਹੜਾ ਭਾਰਤ ਆਜ਼ਾਦ ਹੋਇਆ ਹੁਣੇ ਇਹਨੂੰ ਚੰਗੇ ਤੇ ਇਮਾਨਦਾਰ ਅਫਸਰਾਂ ਦੀ ਜ਼ਰੂਰਤ ਹੈ। ਸਾਡੇ ਭਾਰਤ ਲਈ ਜੋਤੀ ਜੋਤ ਬਣ ਕੇ ਵਿਖਾ ਦੇਵੇਗਾ। ਜਿਹੜਾ ਸਾਡਾ ਜੋਤੀ ਹੈ ਨਾ, ਭਾਰਤ ਲਈ ਇੱਕ ਚਾਨਣ ਮੁਨਾਰਾ ਬਣੇਗਾ, ਰੋਸ਼ਨੀ ਵਿਖਾਉਣ ਵਾਲਾ ਬਣੇਗਾ। ਮੈਂ ਕਿਹਾ, ਸੁਣਨੀ ਹੈ ਜੋਤੀ ਦੀ ਮਾਂ, ਇਹ ਵੇਖੋ। ਤੇ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ। ਉਹ ਜੋਤੀ ਨੂੰ ਪਿਆਰ ਤੇ ਪਿਆਰ ਦੇਈ ਜਾ ਰਿਹਾ ਸੀ, ਜਿਵੇਂ ਉਸਨੇ ਅੱਜ ਪਿਆਰ ਦੇਣ ਦਾ ਰਿਕਾਰਡ ਤੋੜ ਕੇ ਹੀ ਰੱਖ ਦੇਣਾ ਹੋਵੇ। ਤੇ ਜੋਤੀ ਵਿਚਾਰਾ ਹੈਰਾਨ ਪਰੇਸ਼ਾਨ ਪਿਓ ਦੇ ਮੂੰਹ ਵੱਲ ਦੇਖੀ ਜਾ ਰਿਹਾ ਸੀ। ਤੇ ਜੁਗਲ ਪ੍ਰਸਾਦ ਆਪਣੀ ਘਰ ਵਾਲੇ ਨੂੰ ਕਹਿੰਦਾ ਹੈ, ਸੁਣ ਜੋਤੀ ਦੀ ਮਾਂ। ਔਰ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਆਉਂਦਾ, ਉਹਨੂੰ ਪਿਆਰ ਕਰਦਾ, ਬਹੁਤ ਪਿਆਰ ਕਰਦਾ ਹੈ। ਤੇ ਜੋਤੀ ਹੈਰਾਨ ਪਰੇਸ਼ਾਨ ਸੀ ਕਿ ਪਿਤਾ ਜੀ ਨੂੰ ਅੱਜ ਕੀ ਹੋਇਆ ਹੈ, ਇੰਨਾ ਪਿਆਰ ਕਰ ਰਹੇ ਹਨ। ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ ਕਿ ਇਸ ਪ੍ਰਾਂਤ ਦੇ ਮੁੱਖ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ 94 ਮਤਲਬ ਚੁਣੇ ਹੋਏ, ਕੁਝ ਸਿਲੈਕਟਡ ਸਕੂਲਾਂ ਦੇ ਜੋ ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਤੇ ਮੰਤਰੀ ਜੀ ਮਿਲਣਾ ਪਸੰਦ ਕਰਨਗੇ। KG ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ ਹੈ। ਇਹ ਉਹਨਾਂ ਨੂੰ ਹਾਰ ਪਾਏਗਾ। ਜੋ ਮੰਤਰੀ ਹੈ ਜਵਾਲਾ ਪ੍ਰਸਾਦ, ਉਹ ਆਪਣਾ ਜਨਮ ਦਿਨ ਮਨਾਏਗਾ ਅਤੇ ਕੁਛ ਜਿਹੜੇ ਅੱਛੇ ਬੱਚੇ ਹਨ ਨਾ, ਉਹਨਾਂ ਨੂੰ ਚੁਣਿਆ ਹੈ ਕਿ ਉਹ ਮੰਤਰੀ ਉਹਨਾਂ ਬੱਚਿਆਂ ਨੂੰ ਮਿਲੇਗਾ ਅਤੇ KG ਕਲਾਸ ਵਿੱਚੋਂ ਸਾਡਾ ਜੋਤੀ ਜਿਹੜਾ ਹੈ ਉਹ ਹਾਰ ਪਾਵੇਗਾ। ਇਹ ਸੁਣਦਿਆਂ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ਜਦੋਂ ਹੀ ਉਸ ਜੋਤੀ ਦੀ ਮਾਂ ਨੇ ਸੁਣਿਆ, ਦੇਵਕੀ ਨੇ, ਉਹਨੇ ਜੋਤੀ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ। ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਮੈਂ ਬਲਿਹਾਰੇ ਜਾਵਾਂ। ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ। ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ। ਤਾਂ ਮਤਲਬ ਉਹਦਾ ਚਿਹਰਾ ਕਿਸੇ ਮਹਾਂਪੁਰਸ਼ ਵਾਂਗ ਚਮਕਣ ਲੱਗ ਗਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਸਦਾ ਬੱਚਾ ਮੰਤਰੀ ਨੂੰ ਮਿਲਣ ਜਾ ਰਿਹਾ ਹੈ। ਪਰ ਝੱਟ ਹੀ ਅੱਖਾਂ ਖੋਲ੍ਹ ਕੇ ਜੁਗਲ ਪ੍ਰਸਾਦ ਨੇ ਦੇਵਕੀ ਨੂੰ ਆਖਿਆ, ਹਾਂ ਸੱਚ, ਮੈਂ ਇਹ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ। ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ ਉੱਥੇ ਪਾ ਕੇ ਜਾਣ ਲਈ। ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜ੍ਹਦਿਆਂ ਹੀ ਆਖਦਾ ਹੈ, ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਅਤੇ ਇੱਕ ਸੁਨਹਿਰੀ ਹਾਰ। ਇਹ ਸਭ ਕੁਝ ਜੋਤੀ ਨੂੰ ਚਾਹੀਦਾ ਹੈ ਉੱਥੇ ਜਾਣ ਲਈ। ਵਾਈਟ ਸ਼ਰਟ ਹੋਣੀ ਚਾਹੀਦੀ ਹੈ, ਨਿੱਕਰ ਹੋਣੀ ਚਾਹੀਦੀ ਹੈ, ਜੁਰਾਬਾਂ ਹੋਣੀਆਂ ਚਾਹੀਦੀਆਂ, ਸੌਕਸ ਹੋਣੀਆਂ ਚਾਹੀਦੀਆਂ ਅਤੇ ਇੱਕ ਗੋਲਡਨ ਹਾਰ ਵੀ ਹੋਣਾ ਚਾਹੀਦਾ ਹੈ। ਇਹਨਾਂ ਚੀਜ਼ਾਂ ਦੇ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ। ਕਾਫੂਰ ਗਾਇਬ ਹੋ ਗਈ। ਉਸਦੇ ਮੂੰਹ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ। ਖੇੜਾ ਖੁਸ਼ੀ ਉੱਥੇ ਹੀ ਰੁਕ ਗਿਆ, ਮਤਲਬ ਜਿਹੜੀ ਖੁਸ਼ੀ ਗਾਇਬ ਹੋ ਗਈ। ਫਿਰ ਹੌਲੀ ਹੌਲੀ ਖੇੜੇ ਦੀ ਥਾਂ ਚਿੰਤਾ, ਦੁੱਖ ਅਤੇ ਕਲੇਸ਼ ਨੇ ਮੱਲ ਲਈ। ਉਸ ਇੰਝ ਅਨੁਭਵ ਕੀਤਾ ਜਿਵੇਂ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋਈ ਸੀ। ਜਿਵੇਂ ਖੁਸ਼ੀਆਂ ਦਾ ਇੱਕ ਮਹਿਲ ਬਣਿਆ ਹੋਇਆ ਸੀ, ਉਹਨੂੰ ਦੂਰੋਂ ਦੇਖ ਕੇ ਖੁਸ਼ ਹੋਈ। ਅਤੇ ਜਿਉਂ ਹੀ ਉਸਨੇ ਖੁਸ਼ੀ ਉਸਦੇ ਅੰਦਰ ਪੈਰ ਧਰਨ ਲਈ ਕਦਮ ਚੁੱਕਿਆ, ਕਿਸੇ ਨੇ ਅਚਾਨਕ ਹੀ ਖੁਸ਼ੀ ਦੇ ਮਹਿਲ ਦਾ ਦਰਵਾਜ਼ਾ ਬੰਦ ਕਰ ਦਿੱਤਾ। ਖੇੜੇ ਦੇ ਮਹਿਲ ਦਾ ਦਰਵਾਜ਼ਾ ਬੰਦ ਕਰ ਦਿੱਤਾ। ਕੀ ਗੱਲ ਏ, ਉਦਾਸ ਹੋ ਗਈ ਜੇ? ਜੁਗਲ ਪ੍ਰਸਾਦ ਨੂੰ
ਇਸ ਖੁਸ਼ੀ ਦੀ ਘੜੀ ਸਮੇਂ ਉਸਦਾ ਬਿਲ ਬਤੌਰੀ ਵਰਗਾ ਮੂੰਹ ਜਰਾ ਨਾ ਪਾਇਆ। ਅਤੇ ਜਦੋਂ ਇਸ ਤਰ੍ਹਾਂ ਦੇ ਹਾਵ ਭਾਵ ਦੇਵਕੀ ਦੇ ਮੂੰਹ 'ਤੇ ਆਏ ਤਾਂ ਜੁਗਲ ਪ੍ਰਸਾਦ ਉਹਨੂੰ ਕਹਿੰਦਾ ਹੈ ਕਿ ਖੁਸ਼ੀ ਦੇ ਮੌਕੇ ਉੱਤੇ ਭੈੜਾ ਬਿਲ ਬਤੌਰੀ ਵਰਗਾ ਮੂੰਹ ਬਣਾਉਣਾ, ਭੈੜਾ ਜਿਹਾ ਮੂੰਹ ਬਣਾਉਣਾ। ਇਹ ਜਿਹਾ ਭੈੜਾ ਮੂੰਹ ਕਿਉਂ ਬਣਾਇਆ ਹੈ? ਮੈਂ ਸੋਚਦੀ ਹਾਂ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਾਵਾਂਗੇ। ਅੱਜ ਤਾਂ ਮਹੀਨੇ ਦੀ 26 ਤਰੀਕ ਏ, ਘਰ ਮਸਾਂ 10-12 ਆਨੇ ਪਏ ਹਨ ਕਿ ਘਰ ਪੈਸੇ ਥੋੜ੍ਹੇ ਹਨ ਦਾਲ ਸਬਜ਼ੀ ਲਈ। ਹਾਲੇ ਤਾਂ ਪਿਛਲੇ ਮੰਗੇ 40 ਵੀ ਨਹੀਂ ਉਤਰੇ। ਜਿਹੜੇ ਆਪਾਂ 40 ਰੁਪਏ ਮੰਗੇ ਸੀ ਪਿਛਲੀ ਵਾਰ, ਆਪਾਂ ਉਹ ਵੀ ਨਹੀਂ ਉਤਾਰੇ। ਬੇਟਾ ਇਹ ਪਾਠ ਆਪਾਂ ਇੱਥੋਂ ਤੱਕ ਪੜ੍ਹਾਂਗੇ, ਬਾਕੀ ਆਪਾਂ ਨੈਕਸਟ ਕਲਾਸ ਵਿੱਚ ਪੜ੍ਹਾਂਗੇ। ਥੈਂਕ ਯੂ।